ਅੰਦਰੋਂ ਬਾਹਰ ਭਾਈ ਸਾਹਿਬ ਆਏ ਆ ਕੁਛ ਤੁਹਾਡੇ ਨਾਲ ਜਿਹੜੀ ਹੈ ਨਾ ਮਤਲਬ ਇੱਕ ਡਿਸਕਸ ਕਰਨੀ ਹੈ, ਗੱਲਾਂ ਬਾਤਾਂ ਕੁਛ ਸ਼ੇਅਰ ਕਰਨੀਆਂ ਹੈਗੀਆਂ, ਕੁਝ ਜ਼ਹਿਨ ਦਾ ਯਾਨੀ ਕਿ ਨਾ ਬੋਝ ਹਲਕਾ ਕਰਨਾ। ਇਸ ਕਰਕੇ ਭਾਈ ਸਾਹਿਬ ਬਾਹਰ ਆ ਗਏ। ਅੰਦਰ ਇੱਕ ਤਾਂ ਪੱਖਾ ਲੱਗਾ ਹੈ ਉਹਦਾ ਸ਼ੋਰ ਹੈ, ਫਿਰ ਦੂਸਰੀ ਗੱਲ ਇਹ ਆ ਕਿ ਸ਼ਾਮ ਦੇ ਟਾਈਮ ਜਿਹੜੇ ਨਾ ਕੋਈ ਆਂਢ ਗੁਆਂਢੂ ਕੋਈ ਨਾ ਕੋਈ ਸਮਝੋ ਨਾ ਲੇਡੀਜ਼ ਜਾਂ ਕੋਈ ਮਤਲਬ ਲੇਡੀਜ਼ ਜ਼ਿਆਦਾਤਰ ਆਉਂਦੀਆਂ ਨੇ। ਅੰਮੀ ਕੋਲ ਆ ਗਈਆਂ, ਅੱਬੂ ਕੋਲ ਗੱਲਬਾਤ ਕੋਈ ਹੋਈ ਓਰਲੀ ਪਹਿਲੀ ਯਾਨੀ ਕਿ ਨਾ ਕੋਈ ਆਪਣੀ ਦੁੱਖ ਸੁੱਖ ਦੇ ਕਰਦੇ ਰਹਿੰਦੀਆਂ ਨੇ ਵੀ ਮਤਲਬ ਸਾਰੀ ਦਿਹਾੜੀ ਕੀ ਕੀਤਾ। ਜਿਸ ਤਰ੍ਹਾਂ ਕਿ ਸਾਡੀ ਵਲੋਗਿੰਗ ਹੈ ਨਾ ਉਸੇ ਤਰ੍ਹਾਂ ਇਹਨਾਂ ਦਾ ਵੀ ਹਿਸਾਬ ਕਿਤਾਬ ਹੁੰਦਾ ਕੋਈ ਵੱਡਿਆਂ ਦਾ। ਮਤਲਬ ਆਂਢ ਗੁਆਂਢੂ ਕੋਈ ਵੱਡੀਆਂ ਵਡੇਰੀਆਂ ਮਾਈਆਂ ਆਣ ਕੇ ਬਹਿ ਜਾਂਦੀਆਂ ਨੇ, ਗੱਲਾਂ ਬਾਤਾਂ ਕਰਨ ਬਹਿ ਜਾਂਦੀਆਂ ਨੇ। ਅਤੇ ਮੈਂ ਭਾਈ ਸਾਹਿਬ ਬਾਹਰ ਇਸ ਕਰਕੇ ਨਿਕਲਿਆ ਕਿ ਕੁਛ ਐਸੀਆਂ ਗੱਲਾਂ ਨੇ ਜਿਹੜੀਆਂ ਕਿ ਭੈਣਾਂ ਭਾਈਆਂ ਨਾਲ ਸ਼ੇਅਰ ਕਰਨਾ ਚਾਹੁੰਦਾ। ਦਿਨੇ ਮੈਂ ਵਲੋਗ ਵਗੈਰਾ ਬਣਾ ਸਕਦਾ ਸੀ, ਲੇਕਿਨ ਭਾਈ ਸਾਹਿਬ ਜ਼ਹਿਨੀ ਡਿਪਰੈਸ਼ਨ ਬਸ ਬਹੁਤ ਜ਼ਿਆਦਾ ਹੈਗਾ ਸੀ। ਕੋਈ ਗੱਲ ਜ਼ਹਿਨ 'ਤੇ ਨਹੀਂ ਆ ਰਹੀ ਹੈ ਕਿ ਮੈਂ ਕੀ ਕਰਾਂ ਕੀ ਨਾ ਕਰਾਂ। ਖੈਰ ਹਾਲਾਤ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਔਰ ਸਾਰੇ ਭੈਣਾਂ ਭਾਈਆਂ ਦੇ ਕਮੈਂਟ ਵੇਖਦਿਆਂ ਹੋਇਆ ਭਾਈ ਸਾਹਿਬ ਇੱਕ ਫੈਸਲਾ ਮੈਂ ਕੀਤਾ ਹੈ ਕਿ ਅਤਾ ਸੁਮੈਰਾ ਜਿਸ ਤਰ੍ਹਾਂ ਕਿ ਮੈਂ ਸੈਪਰੇਟ ਉਹਨਾਂ ਨੂੰ ਘਰ ਛੱਡਿਆ ਨਾ ਅਤੇ ਦਿਲ ਨੂੰ ਸਮਝਾਇਆ, ਬੜਾ ਸਮਝਾਇਆ, ਦੇਖਿਆ ਹੈ ਕਿ 2-4 ਰੋਟੀਆਂ ਨਾਲ ਕਿਹੜਾ ਮੈਨੂੰ ਫਰਕ ਆ ਜਾਣਾ। ਇੱਕ ਮਿਸਾਲ ਤੌਰ ਅਗਰ ਉਹ ਨਾ ਵੀ ਖਰਚਾ ਦੇਵਣ ਆਪਣੇ ਹੀ ਐਣਾ। ਦੂਸਰੀ ਗੱਲ ਇਹ ਹੈ ਕਿ ਇਸ ਟਾਈਮ ਆਸੀਆ ਨੂੰ ਅਸ਼ਰ ਜ਼ਰੂਰਤ ਹੈਗੀ ਤਵੱਜੋ ਦੀ, ਠੀਕ ਹੈ ਨਾ। ਅਗਰ ਉਹ ਇਕੱਲੀ ਮਤਲਬ ਘਰ ਦਾ ਕੰਮ ਵੀ ਸੰਭਾਲ ਸੀ ਜਾਂ ਇੱਕ ਵੇਲੇ ਮੈਂ ਘਰ ਨਹੀਂ ਹਾਂ ਤਾਂ ਉਹ ਵੀ ਘਰ ਨਹੀਂ ਹੁੰਦੇ ਤਾਂ ਉਹਨੂੰ ਕੌਣ ਸੰਭਾਲੇਗਾ, ਠੀਕ ਹੈ ਨਾ। ਸੋ ਸਾਰੇ ਭੈਣਾਂ ਭਾਈਆਂ ਦੀ ਮਤਲਬ ਇਹ ਰਾਏ ਦੇ ਉੱਤੇ ਅਮਲ ਕਰਦਿਆਂ ਹੋਇਆਂ ਆਪਣੇ ਦਿਲ ਨੂੰ ਵੀ ਸਮਝਾਉਂਦਿਆਂ ਹੋਇਆਂ ਭਾਈ ਸਾਹਿਬ ਮੈਂ ਫੈਸਲਾ ਕੀਤੀ ਬੈਠਾ ਕਿ ਉਹਨਾਂ ਨੂੰ ਦੁਬਾਰਾ ਤੋਂ ਫਿਰ ਇਕੱਠਿਆਂ ਕਰ ਲੈਣਾ। ਕੋਈ ਮਸਲਾ ਨਹੀਂ ਹੈ, ਜਿਤਨੇ ਜੋਗੇ ਰਹਿਣ ਸਾਡੇ ਨਾਲ ਪਹਿਲੇ ਵੀ ਚੱਲਦੇ ਰਹਿਣ। ਅਤੇ ਹੁਣ ਤਾਂ ਅੱਲਾ ਦਾ ਸ਼ੁਕਰ ਹੈ ਕਿ ਚਲੋ ਉਹਨਾਂ ਨੂੰ ਕੋਈ 4 ਆਨੇ ਆਉਣ ਲੱਗ ਗਏ ਨੇ। ਅੱਲਾ ਪਾਕ ਉਹਨਾਂ ਦੇ ਕਾਰੋਬਾਰ 'ਚ ਮਜ਼ੀਦ ਬਰਕਤਾਂ ਪਾਵੇ, ਸਾਡੀ ਤਾਂ ਦੁਆ ਹੈ। ਅਤੇ ਅੱਲਾ ਪਾਕ ਉਹਨਾਂ ਨੂੰ ਖੁਸ਼ ਤੇ ਆਬਾਦ ਰੱਖੇ, ਠੀਕ ਹੈ। ਅਤੇ ਲਿਹਾਜ਼ਾ ਉਹਨਾਂ ਦੇ ਨਾਲ ਜਾ ਕੇ ਗੱਲ ਕਰਨੇ ਆ। ਅਗਰ ਉਹ ਮੰਨ ਜਾਂਦੇ ਨੇ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਮੇਰੇ ਹਿਸਾਬ ਵਿੱਚ ਉਹ ਸ਼ਾਇਦ ਹੋ ਸਕਦਾ ਨਾ ਮੰਨਣ, ਕਿਉਂਕਿ ਜ਼ਾਹਰੀ ਗੱਲ ਹੈ ਜਦੋਂ ਮਤਲਬ ਇਹਨੂੰ ਇੱਕ ਪੰਛੀ ਹੁੰਦਾ ਨਾ ਪਰਿੰਦਾ, ਜਿਸ ਟਾਈਮ ਉਹ ਉੱਡਣ ਜੋਗਾ ਹੋ ਜਾਂਦਾ ਨਾ ਤਾਂ ਫਿਰ ਉਹ ਸਮਝੋ ਜਿਹੜੇ ਉਹਦੇ ਮਾਂ ਬਾਪ ਹੁੰਦੇ ਨੇ ਪਾਲਣ ਵਾਲੇ ਹੁੰਦੇ ਨੇ ਉਹ ਉਹਨਾਂ ਦੇ ਹੱਥੀਂ ਵੀ ਕੋਈ ਨਹੀਂ ਆਉਂਦਾ। ਅਤੇ ਦੇਖਦੇ ਹਾਂ ਅਗਰ ਉਹਨਾਂ ਦੇ ਨਾਲ ਗੱਲਬਾਤ ਕਰਨੇ ਅਜੇ ਉਹਨਾਂ ਨੂੰ ਮੈਂ ਕੋਈ ਵੀ ਦੱਸੀ ਨਹੀਂ ਗੱਲ ਭਈ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ। ਸਭ ਤੋਂ ਪਹਿਲੇ ਤਾਂ ਅੰਮੀ ਅੱਬੂ ਹੋਰਾਂ ਨਾਲ ਲੈਂਦੇ ਹਾਂ, ਫਿਰ ਉਹਨਾਂ ਨੂੰ ਉੱਥੇ ਮਤਲਬ ਬੈਠਕ 'ਚ ਇਕੱਠੇ ਹੁੰਦੇ ਹਾਂ। ਜੇ ਤਾਂ ਮਾਈਆਂ ਉਹ ਚਲੀਆਂ ਗਈਆਂ ਨਾ ਤਾਂ ਫਿਰ ਸਾਰਿਆਂ ਨੂੰ ਇਕੱਠਿਆਂ ਬਹਿ ਕੇ ਸਲਾਹ ਕਰਦੇ ਹਾਂ ਕਿ ਐਸਾ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ, ਠੀਕ ਹੈ ਨਾ। ਬਾਕੀ ਕਿਤਨੀ ਕਮਾਈ ਮੈਂ ਕਰ ਚੁੱਕਿਆ ਉਹ ਵੀ ਤੁਸੀਂ ਵੇਖਦੇ ਪਿਓ, ਕਿਤਨੀ ਕੁ ਉਹ ਕਰ ਚੁੱਕੇ ਨੇ ਉਹ ਵੀ ਤੁਸੀਂ ਤੁਹਾਡੇ ਸਾਹਮਣੇ ਹੀ ਹੈ। ਯਾਨੀ ਕਿ ਗੰਦਮ ਦੇ ਲਿਹਾਜ਼ ਨਾਲ, ਯਾਨੀ ਗੰਦਮ ਦੀ ਕਟਾਈ ਦੇ ਲਿਹਾਜ਼। ਅੱਬੂ ਅੰਮੀ ਤਾਂ ਹੋਈ ਪਈ ਮੈਨੇ ਲੰਮੀ ਵਿੱਚ ਵੜ ਗਈ ਹੈ। ਮੈਂ ਗੱਲ ਕੁਛ ਕਰੂਗਾ ਸੁਗੇ ਤੁਹਾਡੇ ਨਾਲ ਸੁਮੈਰਾ ਤਾਂ ਨਾਲ ਇਕੱਠੇ ਉੱਥੇ ਚੱਲਨੇ ਨੇ ਬੈਠਾ ਕੇ ਉੱਥੇ ਗੱਲ ਕਰਨੇ ਆ। ਅੰਮੀ ਚੱਲਣੀ ਹੈ ਕਿਉਂ ਤੂੰ ਨਹੀਂ ਜਾਣਾ ਹੈ? ਤੂੰ ਮੈਂ ਹੁਣ ਜ਼ਿਪ ਬੰਦ ਕਰ ਲਈ, ਹੁਣ ਨਿਕਲਣਾ ਮੁਸ਼ਕਿਲ। ਮੈਂ ਨਾ ਹੋਵੇ ਨਾਲ ਤੇ ਪਤਾ ਤਾਂ ਹੋਵੇ ਆ ਹੈ ਕਿਤੇ ਗਈ ਬੇਗਮ। ਚੱਲ ਤੂੰ ਫਿਰ ਆਰਾਮ ਕਰ, ਅੱਬੂ ਨੂੰ ਅਸੀਂ ਨਾਲ ਲੈ ਜਾਂਦੇ ਹਾਂ। ਸੁਮੈਰਾ ਬੀਬੀ ਹੋਰ ਹਾਂ ਗੱਲ ਤੇ ਸੁਣੋ। ਅੱਛਾ ਅੱਬੂ ਮੈਂ ਹੁਣ ਇਸ ਕਰਕੇ ਬੁਲਾਇਆ ਤੁਹਾਨੂੰ ਵੀ ਅਤੇ ਉਹਨਾਂ ਨੂੰ ਵੀ ਸੱਦਿਆ ਆ ਜਾਂਦੇ ਨੇ ਭਈ ਹੁਣ ਇਸ ਟਾਈਮ ਸਮਝੋ ਜ਼ਿਆਦਾ ਜ਼ਰੂਰਤ ਸਾਨੂੰ ਹੈ ਉਹਨਾਂ ਦੀ, ਠੀਕ ਹੈ ਨਾ। ਉਹ ਵਕਤ ਐਸਾ ਚੱਲਦਾ ਪਿਆ ਆਸੀਆ 'ਤੇ ਵੀ ਅਤੇ ਬਸ ਇਹ ਹੁੰਦਾ ਟਾਈਮ ਇਵੇਂ ਦਾ ਹੈਗਾ ਲੱਗ ਤਾਂ ਜਾਂਦਾ ਹੈ ਸੌਖਾ ਨਹੀਂ ਤਾਂ ਔਖਾ ਸੀ, ਲੇਕਿਨ ਇਹ ਹੈ ਕਿ ਕਿਸੇ ਨਾ ਕਿਸੇ ਤਵੱਜੋ ਤਾਂ ਕੋਲ ਹੋਵੇ ਨਾ, ਕੋਈ ਬੰਦਾ ਤਾਂ ਕੋਲ ਹੋਵੇ ਨਾ ਹੁੰਦੇ ਮਤਲਬ ਇੱਕ ਕੋਈ ਉਹ ਰਾਜ਼ ਹੁੰਦੇ ਨੇ ਔਰਤਾਂ ਦੇ ਜਿਹੜੇ ਬੰਦਿਆਂ ਨੂੰ ਨਹੀਂ ਦੱਸ ਸਕਦੀਆਂ। ਅਤੇ ਜਿਹੜੀ ਵਜ੍ਹਾ ਤੋਂ ਮੈਂ ਆਪੂ ਫੈਸਲਾ ਇਹ ਕੀਤਾ ਹੈ ਵੀ ਜਿਹੜੇ ਉਹ ਵੱਖੋ ਵੱਖਰੇ ਜੋ ਬਣੇ ਆ ਅਤੇ ਅਗਰ ਇੱਕ ਮਿਸਾਲ ਉਹ ਕੋਈ 4 ਆਨੇ ਨਾ ਵੀ ਦੇਣ ਸਾਨੂੰ ਅਤੇ ਕੋਈ ਫਰਕ ਕੋਈ ਨਹੀਂ ਹੁੰਦਾ। ਅੱਗੇ ਵੀ ਸਾਲ 1.5 ਸਾਲ ਕੱਢਿਆ ਇਹ ਟਾਈਮ ਟਪਾਈਨੇ ਆ। ਅਗਰ ਉਹਨਾਂ ਦਾ ਦਿਲ ਕਰੇ ਰਹੇ ਰਵਣ ਇਕੱਠੇ ਨਾ ਕਰੇ ਤਾਂ ਉਹ ਆਪਣਾ ਅਲੱਗਾ ਰਵਣ ਤਾਂ ਅਲੱਗਾ ਸੇ। ਇੱਕ ਮੇਰੀ ਵੀ ਹੈ ਨਾ ਵੇ ਗੱਲ ਭਾਈ ਬੰਦੇ ਮੈਨੂੰ ਆਦੇ ਨੇ ਅੱਛਾ ਭਾਈ 2 ਵਿਰਾ ਇਕੱਠਿਆਂ ਤੋਂ ਉਹ ਵੀ ਫੁੱਟੇ ਖਲੇ ਤੇਰੇ ਹੁੰਦੇ ਕਿਉਂ ਫੁੱਟੇ ਖਲੇ ਹਨਾ ਇਤਰਾਜ਼ ਮੇਰੇ ਉੱਤੇ ਆਉਂਦਾ ਪਿਆ। ਮੇਰੀ ਗੱਲੋਂ ਮੈਂ ਤੁਹਾਨੂੰ ਆਖਿਆ ਵੀ ਤੁਸੀਂ ਇਕੱਠੀ ਰਹਿਣ ਦੇ ਤੁਹਾਨੂੰ ਅੱਜ ਜ਼ਰੂਰਤ ਹੈ, ਬਲਕਿ ਉਹਨਾਂ ਨੂੰ ਜ਼ਰੂਰਤ ਤੁਸੀਂ ਉਹਨਾਂ ਦੇ ਕੰਮ ਆ ਜਾ। ਉਹੀ ਨਾ
ਤੇ ਸ਼ੱਕ ਵੱਖਰਾ ਪਕਾਉਣਾ ਤਾਂ ਵੀ ਉਹ ਰੋਲਾ ਕੋਈ ਨਹੀਂ, ਲੇਕਿਨ ਦਿਲੋਂ ਵਿੱਚੋਂ ਵੱਖਰੇ ਨਹੀਂ ਉਹ ਤਾਂ ਉਹ ਮਤਲਬ ਹੈ ਕਿ ਸਾਡੀ ਕਿਸੇ ਕਿਸਮ ਦੀ ਨਾਰਾਜ਼ਗੀ ਨਹੀਂ ਹੈ ਉਹਨਾਂ ਦੇ ਨਾਲ ਤੇ ਨਾ ਉਹਨਾਂ ਦੀ ਹੈ, ਲੇਕਿਨ ਇਹ ਹੈ ਕਿ ਹੁਣ ਅਗਰ ਮਿਸਾਲ ਤੌਰ ਤੇ ਉਹ ਵੱਖਰੇ ਪਕਾਰ ਹੈ ਤੇ ਜ਼ਾਹਰੀ ਗੱਲ ਹੈ ਮਤਲਬ ਹੈ ਕਿ ਉਹਨਾਂ ਇਹ ਸੋਚਣਾ ਹੈ ਨਾ ਸਾਨੂੰ ਵੱਖਰਿਆਂ ਕੀਤਿਆਂ ਨੇ ਅਸੀਂ ਕਿਉਂ ਕੰਮ ਕਰੀਏ ਤੇ ਅਸੀਂ ਕੀ ਹੈ ਇਹਨਾਂ ਦੇ ਕਿਉਂ ਆਖੇ ਲੱਗੀਏ। ਬਿਲਕੁਲ। ਤੇ ਹੁਣ ਲੱਗਦਾ ਆ ਗਏ ਨੇ ਸੁਮੇਰਾ ਤਾਂ ਤੇ ਦਾਨਸ਼ ਜਿਹੜਾ ਨਾ ਕੈਮਰਾਮੈਨ ਸਾਡਾ ਬਣ ਗਿਆ। ਹਾਂਜੀ ਭਾਈ ਉੱਥੇ ਬੈਠੋ ਤੁਹਾਡੇ ਨਾਲ ਗੱਲ ਕਰਨੀ ਹੈ। ਗੱਲਾਂ ਭਾਈ ਸਾਹਿਬ ਜੋ ਵੀ ਹੋਣਗੀਆਂ ਆਨ ਦੀ ਕੈਮਰਾ ਹੋਣਗੀਆਂ। ਮੈਂ ਆ ਕੈਮਰਾ ਆਨ ਕੀਤਾ ਹੋਇਆ ਨਾ। ਠੀਕ ਹੈ ਮੈਂ ਵੀ ਆਨ ਕਰਨਾ। ਤੂੰ ਵੀ ਆਨ ਕਰ ਲਾ ਕੋਈ ਰੋਲਾ ਨਹੀਂ ਹੁੰਦੇ ਪਰੇਸ਼ਾਨੀ ਵਾਲੀ ਤੇ ਗੱਲ ਨਹੀਂ ਕੋਈ ਨਹੀਂ ਆਪਾਂ ਕਿਹੜਾ ਕੋਈ ਚੋਰੀ ਕਰਨੀ ਹੈਗੀ ਹੈ। ਹਾਂ ਤੇ ਫਿਰ ਬੈਠੋ ਹੁਣ ਕਿਤੇ ਹੀ ਇਹ ਤੇ ਬਹੁਤ ਤਾਂ दुआ के बैठी राजी हो जाती तस्वीर मेरी जाके गाल करती खली वो तो को भाई नहीं आए बाकी मेन मुद्दे ते आने ਜਿਹੜੀ ਗੱਲ ਵਾਸਤੇ ਸੱਦਿਆ ਠੀਕ ਹੈ ਨਾ ਤੇ ਅਬੂ ਤੁਸੀਂ ਆਪ ਦੱਸੋ ਉਹਨੂੰ। ਅੱਛਾ ਜੀ ਤਾ ਸਾਹਿਬ ਤੇ ਆਮਦ ਖਾਨ ਤੁਸੀਂ ਮੇਰੇ ਪੁੱਤਰ ਹੋ, ਮੈਂ ਵੱਡਾ ਬਣਿਆ ਹਾਂ ਕਿ ਨਹੀਂ ਕਿ ਤੁਸੀਂ ਵੱਡੇ ਹੋ? ਨਹੀਂ ਅਸੀਂ ਵੱਡੇ। ਜਿਹੜੀ ਕੋਈ ਗੱਲ ਹੈ ਕੋਈ ਕੰਮ ਤੁਹਾਨੂੰ ਅੱਲਾਹ ਤਾਲਾ ਦਿੰਦਾ ਹੈ ਕਿਸੇ ਦੀ ਖਿਦਮਤ ਕਰਦੇ ਹੋ ਨਾ ਕਹਿੰਦਾ ਪਹਿਲੇ ਨਿਕਲਦਾ ਹੈ ਅਮੀਰ ਦਾ। ਅਮੀਰ ਕੇ ਦਿੰਦੇ ਪਏ ਅਮੀਰ ਦੇ ਪੁੱਤਰ ਪੈ ਨਹੀਂ ਕਰਦੇ ਨਾ ਮੇਰਾ ਪਹਿਲੇ ਆਉਂਦਾ ਹੈ। ਅੱਛਾ ਜੇ ਨਾ ਮੇਰਾ ਪਹਿਲੇ ਹੁੰਦਾ ਮੈਨੂੰ ਬੰਦੇ ਇਹ ਗੱਲ ਵੀ ਆਂਦੇ ਪੈਣ ਦੀ ਅਸਾਂ ਸੁਣਿਆ ਵੱਖੋ ਵੱਖ ਹੋ ਗਿਆ। ਮੈਨੂੰ ਉਸ ਗੱਲ ਤੋਂ ਦੁੱਖ ਲੱਗਾ ਮੈਂ ਇਸ ਵਾਸਤੇ ਉਹਨੂੰ ਆਖਿਆ ਵੀ ਤੁਸੀਂ ਇਹ ਗੱਲ ਛੱਡੋ ਜਿਹੜੀ ਹੋਗੀ ਉਸ ਤੇ ਮਿੱਟੀ ਕੱਟੋ ਤੇ ਤੁਸੀਂ ਆਪਸ ਵਿੱਚ ਦੋ ਜਣੇ ਬੈਠੇ ਹੋ ਤੇ ਤੁਸੀਂ ਦੋ ਹੀ ਨਹੀਂ ਰਲ ਕੇ ਬਣਦੇ ਹੋ। ਚਲੋ ਤਰੀਏ ਨੂੰ ਤਾਂ ਛੱਡੋ ਉਹ ਤਾਂ ਸਾਡੇ ਤੋਂ ਪਹਿਲੇ ਤੋਂ ਹੀ ਵੱਖਰਾ ਆਨੰਦ 10ਵੇਂ ਦੇ ਸਾਡੇ ਤੋਂ ਵੱਖਰਾ ਹੋ ਗਿਆ ਉਹਦੀ ਗੱਲ ਨਹੀਂ। ਲੇਕਿਨ ਤੁਹਾਨੂੰ ਦੋਵਾਂ ਨੂੰ ਮੇਰੀ ਪਰ ਬੰਦੇ ਬੜਾ ਕੁਝ ਆਉਂਦੇ ਪਏ ਤੂੰ ਵਿੱਚ ਬੈਠਾ ਵੱਡਾ ਤੇਰੇ ਕੋਲ ਸਮਝਾਏ ਨਹੀਂ ਜਾਂਦੇ। ਠੀਕ ਹੈ ਉਸ ਤੈਨੂੰ ਆਖਿਆ ਵੀ ਵੱਖਰੇ ਹੋ, ਉਸ ਤੈਨੂੰ ਆਖਿਆ ਮੈਂ ਤੁਹਾਨੂੰ ਪਿਆਣਾ ਇਕੱਠੇ ਹੋ। ਅਬੂ ਮਸਲਾ ਵੱਖਰੇ ਇਕੱਠੇ ਵਾਲੀ ਗੱਲ ਇਹ ਹੈਗੀ ਨਾ ਕਿ ਅਗਰ ਵੱਖਰੇ ਹੋਏ ਤਾਂ ਵੀ ਵੈਸੇ ਏਡੀ ਵੱਡੀ ਤਾਂ ਗੱਲ ਕੋਈ ਨਹੀਂ ਸਾਰੇ ਹੀ ਹੁੰਦੇ ਆਏ ਨੇ ਲੇਕਿਨ ਇਹ ਗੱਲ ਹੈ ਨਾ ਇਹ ਖਾਤੇ ਦੇ ਵਿੱਚ ਵੱਖਰੇ ਨਹੀਂ ਹੁੰਦੇ ਬੰਦੇ ਹੁੰਦੇ ਆਪੋ ਆਪ ਅੱਲਾਹ ਤੈਨੂੰ ਆਤਾ ਜੇ ਸਿਰ ਦਿੱਤਾ ਉਸ ਵੇਲੇ ਵੱਖਰਾ ਹੋ ਜਾਵੀਂ ਤੇ ਪਾਸੇ ਵਗ ਜਾਵੀਂ। ਜਿਤਨਾ ਚਿਰ ਇਸ ਖਾਤੇ ਦੇ ਵਿੱਚ ਬੈਠੇ ਹੋ ਨਾ ਇਸ ਦੋਵਾਂ ਦਾ ਸਾਂਝਾ ਹੈ। ਮੇਰਾ ਕੋਈ ਇਰਾਦਾ ਵੱਖਰੇਵੇਂ ਦਾ ਨਹੀਂ ਹੈ ਮੈਨੂੰ ਪਤਾ ਹੈ। ਇਹਨੇ ਮੈਨੂੰ ਅਫੋਰਸ ਕੀਤਾ ਹਾਂ ਬਾਰ ਬਾਰ ਮੈਨੂੰ ਆਖਦਾ ਰਿਹਾ ਮੈਂ ਲੇਕਿਨ ਮੈਂ ਨਾ मतलब है कि जिवें बंदा गल पी नहीं जाता इस तरह गल पीती रखी है मतलब है कि ना इग्नोर करता रहा की वजह है सीधी गल आज करदा आउन दी कैमरा साड़ी आडियंस भी इस गल दी गवाह रहेगी एदी वजह क्योंकि एदी हालत है साडी ना इन्हां नूं जरूरत है हां जी ਤੇ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਮੈਂ ਇਗਨੋਰ ਕਰਦਾ ਅੱਜ ਵੱਖਰੇ ਹੋ ਸੋ ਭਰ ਕੇ ਤੁਹਾਡੇ ਨਾਲ ਵੱਖਰੇ ਹੋ ਸੇ ਲੇਕਿਨ ਅਬੂ ਜਿਸ ਵੇਲੇ ਨੇ ਅੰਮੀ ਕੋਲ ਖਵਾਇਆ ਹੈ ਨਾ ਮੈਨੂੰ ਉਸ ਵੇਲੇ ਮਜਬੂਰਨ ਹੋਣਾ ਪਿਆ ਕਿ ਅਗਰ ਮੈਂ ਉਸ ਵੇਲੇ ਵੀ ਨਾ ਹੁੰਦਾ ਤੇ ਮਤਲਬ ਹੈ ਕਿ ਹਰ ਕਿਸੇ ਆਖਣਾ ਕਿ ਜੀ ਮਾਂ ਦੀ ਗੱਲ ਵੀ ਨਹੀਂ ਮੰਨੀ ਹਾਂ तो इस चीज़ को मैं खुद बेहतर समझदा कि इन्हू साडी जरूरत है लेकिन इन्हू खुद नू पता नहीं क्यों नहीं समझ आई बस बड़ू खेड़ी जांदा है बंदे दा दिमाग किसे वेले दिमाग अबू ये सीधी गल मैं कर सा कन्ना दा कच्चा नहीं कन्ना दा कच्चा कोई नहीं मैं कदी किसे दी अता मतलब है कि बिल्कुल कदी जेड़ा बंदा एक बारी काबिल हो के मुर रसाई हो जावे वो बेईमान नहीं होता मैं मनदा हां लगी समझ एक टाइम ते ਇਹ ਨਹੀਂ ਆਇंदा ਲੇਕਿਨ ਇਹਨੂੰ ਕੀਤਾ ਗਿਆ ਮੈਂ ਇਹ ਗੱਲ ਕਰਦਾ ਇਹ ਤੇ ਇਹਦਾ ਹਾਂ ਹੀ ਨਹੀਂ ਅੱਛਾ ਇਹ ਕੀਤਾ ਗਿਆ ਕਿਹੜੀ ਵਜ੍ਹਾ ਤੋਂ ਇਹਨਾਂ ਦਾ ਆਕਾਸ਼ ਤੇ ਸਲੂਕ ਹੋਇਆ ਨਾ ਤੇ ਇਹਨਾਂ ਨੂੰ ਖੈਰ ਸਲਾਮ ਮੈਂ ਬੁਆ ਹੀ ਗੱਲ ਕਰਨਾ ਵੱਡੇ ਨੂੰ ਜੇ ਵੱਖੋ ਵੱਖ ਹੋਏ ਤੇ ਪਾਟੇ ਆਪਾ ਸੇ एक दूसरे के खिलाफ चल से इन्हों के चैनल खलो रहा से इन्हों की रोजी खलो रोजी तो मेरा मालिक देवन वाला मेरी ऑडियंस इस गल की गवाह है हाँ मैं ये गल पहले व्लॉग भी बयान कर चुके हैं कि इन्हां नूं किसे पट्टिया होया है हाँ ये दोवें इस तरह दे नहीं आण ना ये उजदा ना उजदा गल ये अबू एडा बंदे नूं किसे आख्या ना कुत्ता तेरा कान ले गया हां कान वेखया ये कान वेखदे ने कुत्ते पीछे दौड़ पैंदे ने शाम तक कुत्ते पीछे दौड़न तो बाद संभालदे ने वो मेरा कान दा नाल ही है फिर वापस आ जांदे आ इस तरह आपको मैनू सारी ऑडियंस ने भी आखना कि जी ये दोवें भाई ड्रामा कर रहे हैं नहीं कोई ड्रामा नहीं मैं इकट्ठ पे करना सुनने वाले ते कमेंटा वाले भी मेरी गल सुन लवें क्यों मैं वडेरां विच ते अपना मैं
ਕੁਰਾਨ ਪਾਕ ਪੜ੍ਹਨਾ ਬਾ ਤਫਸੀਰ ਬਾ ਤਰਜਮਾ ਉਹਦੇ ਵਿੱਚ ਮੈਂ ਲਿਖਿਆ ਹੋਇਆ ਵੇਖਿਆ ਭਾਈ ਲੋਕਾਂ ਨੂੰ ਲੜਦਿਆਂ ਨੂੰ ਬੰਦਾ ਮਨਾਵੇ ਤਾਂ ਉਹ ਸਦਕਾ ਹੈ ਤੇ ਜੇ ਆਪਸ ਵਿੱਚ ਪੁੱਤਰਾਂ ਨੂੰ ਮੈਂ ਮਨਾ ਕੇ ਰੱਖਾਂ ਇਕੱਠੇ ਉਹ ਸਦਕਾ ਨਹੀਂ। ਅਸੀਂ ਕਿਹੜਾ ਲੜੇ ਹੋਏ ਆ ਨਹੀਂ ਲੜੇ ਕੋਈ ਨਹੀਂ ਲੇਕਿਨ ਵੱਖੋ ਵੱਖ ਜਿਹੜੇ ਹੁੰਦੇ ਹੋ ਜਿੱਥੇ ਇਹਦੇ ਵੇਖਣਾ ਤਾਂ ਇੱਕ ਮਿੰਟ ਮੇਰੀ ਹੁਣ ਸੁਣ ਤੂੰ ਕਰ ਲਈ ਨਾ ਹੁਣ ਮੇਰੀ ਇੱਕ ਸੁਣਿਆ ਪਤਾ ਕੀ ਅੱਬੂ ਜਿਸ ਟਾਈਮ ਬੰਦਾ ਵੱਖਰੇ ਹੋ ਜਾਂਦਾ ਨਾ ਉਸ ਟਾਈਮ ਵੇਖੋ ਇਹਨਾਂ ਆਪਣਾ ਖਾਣਾ ਅਸੀਂ ਆਪਣਾ ਖਾਣਾ ਠੀਕ ਹੈ ਨਾ ਲੇਕਿਨ ਜਦੋਂ ਘਰ ਦੇ ਵਿੱਚ ਦੋ ਔਰਤਾਂ ਹਨ ਅਸੀਂ ਇੱਕ ਟਾਈਮ ਬਾਹਰ ਹੈ ਇੱਕ ਮਿਸਾਲ ਦੇ ਤੌਰ ਤੇ ਮੈਂ ਆਪ ਦੀ ਸਵਾਣੀ ਦੀ ਗੱਲ ਕਰ ਲੈਣਾ ਮੈਂ ਕਿਸੇ ਦੀ ਨਹੀਂ ਕਰਦਾ ਚੀਜ਼ ਇਹਨੇ ਰੱਖ ਛੱਡੀ ਕਿਦਈ ਇਸ ਇਹਨੂੰ ਨਹੀਂ ਲੱਭੀ ਇਸ ਆਖਣਾ ਮੇਰੀ ਸੁਮੈਰਾ ਚਾਲ ਹਾਂ ਬਿਲਕੁਲ ਠੀਕ ਹੈ ਸੁਮੈਰਾ ਨੇ ਕਿਤੇ ਰੱਖ ਦਿੱਤੀ ਸੁਮੈਰਾ ਨੇ ਆਖਣਾ ਮੇਰੀ ਉਹ ਚਾਲ ਹੈ ਉੱਥੋਂ ਲੜਾਈਆਂ ਸਾਡੇ ਆਪਸ ਵਿੱਚ ਵਿਰਾਮਾਂ ਸ਼ੁਰੂ ਹੋ ਜਾਂਦੀਆਂ ਵੱਡੇ ਨਾਲ ਇਵੇਂ ਲੜਾਈ ਸ਼ੁਰੂ ਹੋਈ ਹੈ ਬਿਲਕੁਲ ਬਿਲਕੁਲ ਠੀਕ ਹੈ ਨਾ ਉਹ ਆਪਣੀ ਬੇਗਮ ਦੇ ਪਿੱਛੇ ਲੱਗਾ ਉਸ ਲੜਾਈ ਕੀਤੀ ਠੀਕ ਹੈ ਨਾ ਇੱਕ ਵਾਰੀ ਕੀਤੀ ਦੋ ਵਾਰ ਤਰੇ ਵਾਰੀ ਇੱਥੇ ਬੁਲਾ ਕੇ ਤੁਹਾਡੇ ਕੋਲ ਪੈਰ ਫੱਦੇ ਸੂ ਇੱਕ ਮਿੰਟ ਅਖੀਰ ਬਾਕੀ ਮੈਂ ਦੋ ਤਿੰਨ ਵਾਰੀ ਆਪ ਖੁਦ ਤੁਹਾਡੇ ਸਾਹਮਣੇ ਉਹਨਾਂ ਨੂੰ ਮਿੰਤਾਂ ਕਰਕੇ ਮਨਾਇਆ ਇਵੇਂ ਗੱਲ ਹੈ ਲੇਕਿਨ ਅਖੀਰ ਜਦੋਂ ਵਿਰਾ ਨੇ ਅਖੀਰ ਕਾਰ ਛੱਡੀ ਹੈ ਨਾ ਮੈਂ ਵੀ ਮੁੜ ਸਾਈਡ ਤੇ ਹੋ ਗਿਆ ਮੈਂ ਆਖਿਆ ਹੁਣ ਇਹਨੂੰ ਇੱਕ ਵਾਰੀ ਲੱਗਿਆ ਮਤਾਂ ਦੇ ਕਿਤਨਾ ਚਿਰ ਵੇਖਦੇ ਆ ਕਿ ਬਈ ਇਹਦੇ ਦਿਲ 'ਚ ਆਉਂਦੀ ਹੈ ਕੋਈ ਗੱਲ ਜਾਂ ਨਹੀਂ ਆਉਂਦੀ ਕੋਈ ਖਿਆਲ ਆਉਂਦਾ ਕਿ ਨਹੀਂ ਆਉਂਦਾ ਮਹੀਨਾ ਕ ਲਗਾ ਵਤਿਆ ਮਹੀਨੇ ਤੋਂ ਬਾਅਦ ਖੁਦ ਹੀ ਆਏ ਨੇ ਨਾਲੇ ਕੋਈ ਇੱਕ ਦੂਜੇ ਦਾ ਕਤਲ ਕੀਤਾ ਵਿਰਾਜ ਬੋਲੇ ਤਾਂ ਉਹਨਾਂ ਨੂੰ ਕੀ ਹਾਸਦ ਹੈ ਪਤਾ ਹੀ ਕੀ ਹੈ ਕਤਲ ਨਹੀਂ ਲੇਕਿਨ ਮੈਂ ਤੁਹਾਨੂੰ ਅੱਗੇ ਦੱਸੀ ਜਦੋਂ ਬੰਦਾ ਵੱਖਰੇ ਹੋ ਜਾਂਦਾ ਨਾ ਉਸ ਨਿੱਕੀ ਨਿੱਕੀ ਸ਼ਾਇਦ ਤੂੰ ਘਰੋਂ ਲੜਾਈਆਂ ਸ਼ੁਰੂ ਹੋ ਗਈਆਂ ਠੀਕ ਹੈ ਜੇ ਹੁਣ ਇਕੱਠੇ ਆ ਇੱਕ ਮਿਸਾਲ ਹੈ ਉਸ ਕੋਈ ਚੀਜ਼ ਚਾਹ ਲਈ ਜਾਂ ਉਸ ਚਾਹ ਲਈ ਹੈ ਉਸ ਇੱਕ ਦੂਏ ਨੂੰ ਦੱਸ ਛੱਡਣਾ ਵੀ ਆਹ ਚੀਜ਼ ਉੱਥੇ ਪਈ ਹੈ ਮੈਂ ਉੱਥੋਂ ਚਾਹ ਕੇ ਉੱਥੇ ਚ ਰੱਖ ਠੀਕ ਹੈ ਨਾ ਤੇ ਲਿਹਾਜ਼ਾ ਭਾਈ ਸਾਹਿਬ ਮੈਂ ਤਾਂ ਮਿਹਨਤ ਹੀ ਕਰ ਲਈ ਸਨਿਕਾ ਤਾਂ ਠੀਕ ਹੈ ਨਾ ਨਹੀਂ ਮੈਂ ਤੇਰੇ ਕੋਲ ਕਰਵਾਣੀ ਬਿਲਕੁਲ ਮੈਨੂੰ ਕੋਈ ਜ਼ਰੂਰਤ ਨਹੀਂ ਹੁਣ ਸਾਨੂੰ ਭਾਈ ਸਾਹਿਬ ਸਿੱਧੀ ਗੱਲ ਹੈ ਤੋ ਅੱਗੇ ਦੱਸੀ ਹੈ ਨਾ ਬਈ ਇਸ ਵਜ੍ਹਾ ਤੋਂ ਅਸੀਂ ਨਾ ਸੀ ਵੱਖਰੇ ਹੁੰਦੇ ਮੈਨੂੰ ਵੀ ਇਹ ਆ ਜ਼ਰੂਰਤ ਹੈ ਕਿ ਬਈ ਮੇਰਾ ਟਾਈਮ ਨਿਕਲ ਜਾਵੇ ਤੁਹਾਡਾ ਦਿਲ ਕਰੇ ਤਾਂ ਰਵੋ ਨਾਲ ਤੁਹਾਡਾ ਦਿਲ ਕਰੇ ਤਾਂ ਆਪਣੇ ਆਪ ਤੁਸੀਂ ਆਖੋ ਨਾ ਬਈ ਸਾਨੂੰ ਅਲੱਗਾ ਕਰੋ ਤਾਂ ਫਿਰ ਮੈਂ ਕਰਨਾ ਹੈ ਤਾਂ ਅਲੱਗਾ ਵਰਨਾ ਮੈਂ ਖੁਦ ਨਹੀਂ ਕਰ ਸਕਦਾ ਠੀਕ ਹੈ ਨਾ ਪਿਛਲੇ ਸਾਲ ਵੀ ਤਕਰੀਬਨ ਤੂੰ ਸਾਨੂੰ ਅਲੱਗਾ ਕੀਤਾ ਖੁਦ ਆਪਣੀ ਮਰਜ਼ੀ ਨਾਲ ਕੀਤਾ ਹਾਂ ਇਸ ਦਫਾ ਵੀ ਤੂੰ ਆਪਣੀ ਮਰਜ਼ੀ ਨਾਲ ਹੀ ਕੀਤਾ ਅਸੀਂ ਤੈਨੂੰ ਕੋਈ ਅਫੋਰਸ ਨਹੀਂ ਕੀਤਾ ਲੋਕਾਂ ਪਿਛਲੇ ਸਾਲ ਮੈਨੂੰ ਕਮੈਂਟਸ ਦੇ ਵਿੱਚ ਦੋਤਾ ਕਿ ਤੂੰ ਇੰਨੇ ਮਹੀਨਿਆਂ ਬਾਅਦ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਮੈਨੂੰ ਯਕੀਨ ਕਰ ਜੋ ਉਸ ਗੱਲ ਦਾ ਬੜਾ ਅਫਸੋਸ ਹੈ ਕਿ ਮੇਰੇ ਤੇ ਇਸ ਤਰ੍ਹਾਂ ਦੀ ਗੱਲ ਆਈ ਕਿ ਮੈਂ ਰੰਗ ਵਿਖਾ ਅੱਲਾ ਕਿ ਮੈਨੂੰ ਕੀਤਾ ਲੈਂਦਾ ਤੁਸੀਂ ਹੈ ਤਾਂ ਮੈਂ ਅੱਲਾ ਮਾਫ ਮੈਂ ਯਾਰ ਵੇਖ ਨਾ ਪਤਾ ਕੀ ਹੈ ਹੁਣ ਅੱਜ ਮੈਂ ਤੇਰੇ ਨਾਲ ਹਾਂ ਕੱਲ ਨੂੰ ਨਹੀਂ ਆ ਇੱਕ ਮੈਂ ਵੀ ਇੱਕ ਗੱਲੋਂ ਮੈਂ ਵੀ ਅੱਬੂ ਆਪਣੇ ਜ਼ੇਨ ਮੁਤਾਬਿਕ ਸੋਚਿਆ ਜਾਂਦਾ ਕੰਨਾਂ ਦਾ ਮੈਨੂੰ ਕਿਸੇ ਬੰਦੇ ਨਹੀਂ ਪਟਿਆ ਤੇ ਨਾ ਮੈਨੂੰ ਕਿਸੇ ਆਖਿਆ ਮੈਂ ਆਪਣੇ ਜ਼ੇਨ ਮੁਤਾਬਿਕ ਇਹਨਾਂ ਦੇ ਉੱਤੇ ਥੋੜਾ ਜਿਹਾ ਮਤਲਬ ਇਹਨੇ ਜ਼ਿੰਮੇਵਾਰੀ ਪਾਈ ਹੈ ਮੈਂ ਇਹ ਵੇਖਿਆ ਵੀ ਇਹ ਆਪਣਾ ਆਪ ਸੰਭਾਲ ਸਕਦੇ ਹਨ ਜਾਂ ਨਹੀਂ ਸੰਭਾਲ ਸਕਦੇ ਠੀਕ ਹੈ ਸਵਾਲ ਫਮਲੀ ਜਾਂਦਾ ਜਿਹੜਾ ਵੀ ਕੋਈ ਹੈ ਹਾਂ ਬਾਕੀ ਹੁੰਦਾ ਸਭ ਦਾ ਅੱਲਾ ਹੈ ਹੁਣ ਇੱਕ ਮਿਸਾਲ ਤੁਸੀਂ ਬੇਯਾਰੋ ਮਦਦਗਾਰ ਵੀ ਹੋ ਇੱਕ ਮਿਸਾਲ ਹੈ ਅੱਲਾਹ ਪਾਕ ਨੇ ਤੁਹਾਨੂੰ ਰੋਜ਼ੀ ਦੇਣੀ ਠੀਕ ਹੈ ਲਿਹਾਜ਼ਾ ਗੱਲ ਇਹ ਹੈ ਮੈਂ ਤਾਂ ਅੱਬੂ ਨੂੰ ਇਸੇ ਪਰ ਉਹਨੂੰ ਅੱਗੇ ਕੀਤਾ ਹੈ ਉਹ ਸਾਡਾ ਪਿਓ ਹੈ ਘਰ ਦੇ ਫੈਸਲੇ ਕਰਨ ਵਿੱਚ ਉਹ ਬਿਹਤਰ ਜਾਣਦਾ ਠੀਕ ਹੈ ਨਾ ਸਿਰ ਮੱਥੇ ਤੇ ਹਾਂ ਮੈਂ ਇਹ ਗੱਲ ਕਰਦਾ ਯਾਰ ਮੇਰੀ ਆਡੀਅנס ਨੇ ਮੈਨੂੰ ਇਹ ਆਖਿਆ ਕਿ ਤੁਸੀਂ ਉਹ ਡਰਾਮਾ ਕਰ ਰਹੇ ਹੋ ਦੋਵੇਂ ਵਿਰਾਸ ਆਖ ਉਹ ਯਾਰ ਉਹਨਾਂ ਨੂੰ ਆਖਾਂ ਦੇ ਉਹਨਾਂ ਦੇ ਆਖਾਂ ਨਾਲ ਵਾਦਾ ਕਰ ਕੋਈ ਨਹੀਂ ਹੈ ਡਰਾਮੇ ਵਾਲੀ ਗੱਲ ਕੋਈ ਨਹੀਂ ਹੈ ਸਾਰੀ ਗੱਲ ਠੀਕ ਹੈ ਉਹ ਤੁਹਾਡੀ ਫੈਮਿਲੀ ਹੈ ਲੇਕਿਨ ਫੈਮਿਲੀ ਇਤਨਾ ਅਕਲ ਬਦਲਾਵੇ ਮੈਂ ਪਿਓ ਉਹਨਾਂ ਨੂੰ ਇਕੱਠਾ ਪਿਆ ਕਰਦਾ ਉਹਨਾਂ ਦੀ ਵਜ੍ਹਾ ਤੋਂ ਅਸੀਂ ਇੱਥੇ ਆ ਅੱਜ ਜੇ ਤਾਂ ਕੁਰਾਨ ਹਦੀਸ ਵਿੱਚ ਗੱਲ ਨਹੀਂ ਹੈ ਤੇ ਬੋਲੋ ਮੈਨੂੰ ਇਹ ਗੱਲ ਲੇਕਿਨ ਯਾਰ ਅਹਿਮਦ ਅੱਗੇ ਗੱਲ ਕਰ ਰਿਹਾ ਕਿ ਮੈਂ ਚੈੱਕ ਕੀਤਾ ਕਿ ਆਪਣੇ ਪੈਰਾਂ ਤੇ ਖੜੇ ਹੋ ਸਕਦੇ ਆ ਕਿ ਨਹੀਂ ਚੰਗਾ ਭਲਾ ਸਿਆਣਾ ਮਿਆਣਾ ਬੰਦਾ ਹੈ ਇਹਨੂੰ ਅੱਛੀ ਤਰ੍ਹਾਂ ਪਤਾ ਹੈ ਇਸ ਗੱਲ ਦਾ ਕਿ ਅੱਲਾਹ ਪਾਕ ਰੋਜ਼ੀ ਦੇਣ ਵਾਲਾ ਹੁੰਦਾ ਹੈ ਅੱਲਾਹ ਪਾਕ ਨੇ ਜੋ ਰਿਜ਼ਕ ਦਾ ਜ਼ਿੰਮਾ ਲਿਆ ਹੋਇਆ ਹੈ ਕਿਸੇ ਨੂੰ ਕਿਤੇ ਭੁੱਖਿਆ ਮਰਨ ਦਿੰਦਾ ਇਸ ਤਰ੍ਹਾਂ ਤਾਂ ਹੋ ਹੀ ਨਹੀਂ ਸਕਦਾ ਕਿ ਕੋਈ ਬੰਦਾ ਭੁੱਖਾ ਰਹਿ ਜਾਵੇ ਚਲੋ ਬਹਰਾਲ ਯਾਰ ਸਾਰੀਆਂ ਵਈਆਂ ਨੂੰ ਛੱਡੋ ਹੁਣ ਤੁਹਾਡਾ ਕੀ ਫੈਸਲਾ ਅੱਬੂ ਇਹਨਾਂ ਦਾ ਫੈਸਲਾ ਤੂੰ ਆਪ ਖੁਦ ਸੁਣ ਵੀ ਇਹਨਾਂ ਨੂੰ ਪੁੱਛੋ ਇਹਨਾਂ ਦੀ ਕੀ ਰਾਏ ਹੈ ਹਾਂ ਜੀ ਦੱਸੋ ਸੁਣਾ ਇਹ ਆਪਣੀ ਰਾਏ ਦੱਸੋ ਮੈਂ ਨਹੀਂ ਕੁਝ ਕਹਿਣਾ ਉਹ ਬਿਰਾਵਾਂ ਦਾ ਜਿਹੜਾ ਸੀ ਉਹਨਾਂ ਆਪਸ ਵਿੱਚ ਲੜਾਈ ਝਗੜਾ ਕੀਤਾ ਉਹਨਾਂ ਬਿਰਾਵਾਂ ਦਾ ਜਿਹੜਾ ਹੈ ਲਿਆ ਠੀਕ ਹੈ ਲੇਕਿਨ ਔਰਤ ਮਰਦ ਦੋਵੇਂ ਬੋਲਣ ਪਤਾ ਲੱਗੇ ਬਈ ਨਹੀਂ ਵੇਖੋ ਨਾ ਅੱਬੂ ਇਹ ਆਖੇ ਜੀ ਅਸੀਂ ਇਕੱਠੇ ਹੁੰਨੇ ਆ ਹੈ ਅਸੀਂ ਬਿਰਾ ਇਕੱਠੇ ਹੁੰਨੇ ਆ
ਮੇਰੇ ਬੇਗਮ ਆਖੇ ਤੂੰ ਉਹਨਾਂ ਨੂੰ ਇਕੱਠਿਆਂ ਕਿਉਂ ਕੀਤਾ, ਉਹ ਆਖੇ ਤੁਸੀਂ ਇਕੱਠੇ ਕਿਉਂ ਹੋਏ। ਇੱਥੇ ਹੁਣ ਮੂੰਹ ਤੇ ਸਾਰੇ ਬੈਠੇ ਹਨ, ਠੀਕ ਹੈ ਨਾ, ਸਾਰਿਆਂ ਦੀ ਰਾਏ ਇੱਕ ਹੋਣੀ ਚਾਹੀਦੀ ਹੈ, ਠੀਕ ਹੈ ਨਾ। ਗੱਲ ਇਹ ਆ ਕਿ ਇਕੱਠੇ ਹੈਗੇ ਇੱਕੋ ਘਰ ਚ ਰਹਿੰਦੇ ਆ, ਆਪਸ ਵਿੱਚ ਬੋਲਦੇ ਚੱਲਦੇ ਵੀ ਆ, ਇੱਕ ਦੂਸਰੇ ਦੇ ਕੋਲ ਆਉਂਦੇ ਜਾਂਦੇ ਆ। ਤੁਹਾਨੂੰ ਅਗਲੇ ਦਿਨ ਮੈਂ ਆਖਿਆ ਹੈ, ਮੈਂ ਕਿਹਾ ਤੁਸੀਂ ਇਕੱਠੇ ਹੋ ਜੋ ਕੀ ਹੋ ਗਿਆ ਨੇ ਤੇ ਇਕੱਠੇ ਅੱਛਾ ਮੇਨ ਗੱਲ ਅੱਛਾ ਆਸੀਆ ਦੀ ਗੱਲ ਤੂੰ ਮੈਨੂੰ ਯਾਦ ਹੈ, ਯਕੀਨ ਕਰ ਆਸੀਆ ਮੈਨੂੰ 3-4 ਦਫਾ ਆਖ ਚੁੱਕੀ ਹੈ, ਉਸ ਆਖਿਆ ਤੇਰਾ ਨਿੱਕਾ ਭਰਾ ਮੈਨੂੰ ਪਤਾ ਹੈ ਠੀਕ ਹੈ ਗੱਲ ਨਾ, ਕੀਤੀ ਉਸ ਮੈਨੂੰ ਯਕੀਨ ਕਰ ਆਸੀਆ ਦਾ ਦਿਲ ਹੋਰ ਹੈ, ਪਤਾ ਕੀ ਹੈ ਮੈਨੂੰ 3-4 ਵਾਰ ਆਖ ਛੱਡਿਆ, ਉਸ ਆਖਿਆ ਆਸੀਆ ਦਾ ਦਿਲ ਮੂਮਨ ਹੋ ਜਾਂਦਾ। ਪਤਾ ਕੀ ਉਸ ਆਖਿਆ ਸੁਮੈਰਾ ਤੋਂ ਧੀ ਬਣਾ ਕੇ ਲਿਆਂਦਾ ਹਾਂ ਤੇ ਅਤਾ ਜਿਹੜਾ ਉਹ ਵੀ ਪੁੱਤਰਾ ਵਜਾ ਹੈ, ਹਾਂ ਨਿੱਕਿਆਂ ਨਾਲ ਇੰਜ ਕਰਿੰਦੀ, ਮੈਨੂੰ ਆਪ ਖੁਦ ਇਸ ਆਖਿਆ ਉਹਨਾਂ ਦੀ ਗੱਲ ਉਸ ਕੀਤੀ ਹੈ ਤੇ ਉਹ ਮੈਨੂੰ ਉਦੋਂ ਹੁਣ ਗੱਲ ਯਾਦ ਆਈ ਹੈ, ਠੀਕ ਹੈ ਨਾ। ਮੈਂ ਅੱਗੋਂ ਇਹਨੂੰ ਇਹੋ ਗੱਲ ਆਖੀ ਆਈ ਵੀ ਇੱਕ ਵਾਰੀ 4 ਦਿਨ ਸਬਰ ਕਰ, ਸਭ ਕੁਝ ਸੈਟਅਪ ਹੋ ਜਾਸੀ। ਮੈਨੂੰ ਇਹ ਆਖਿਆ ਵੀ ਮੈਂ ਔਖੀ ਹੁੰਦੀ ਰਹਿੰਦੀ ਆ, ਠੀਕ ਹੈ ਨਾ, ਜਾਂ ਤਾਂ ਮੁੜ ਤੂੰ ਸਾਥ ਮੇਰਾ ਦਿੱਤੀ ਰੱਖ ਤੇ ਜਾਂ ਮੁੜ ਤੁਸੀਂ ਇਕੱਠ ਕਰੋ, ਜਾਂ ਇਕੱਠ ਹੋਇਆ ਤੇ ਮੁੜ ਮੇਰੇ ਨਾਲ ਉਸ ਕੰਮ ਕਰਾਸੀ ਸਾਥ ਦੇ ਸੀ, ਇਕੱਠ ਨਾ ਹੋਇਆ ਤੂੰ ਆਪਣਾ ਕਰੇ ਜਾਂ ਮੇਰੇ ਨਾਲ ਕਰਾਵੇ। ਹਾਂ ਬਿਲਕੁਲ ਪਤਾ ਕਿ ਆਸੀਆ ਔਖੀ ਹੁੰਦੀ ਹੈ, ਮੈਨੂੰ ਉਸ ਵੇਲੇ ਇਸ ਚੀਜ਼ ਦਾ ਪਤਾ ਸੀ ਕਿ ਆਸੀਆ ਔਖੀ ਹੋਣੀ ਹੈ, ਮੈਂ ਇਸ ਵਾਸਤੇ ਅਲੱਗਾ ਨਹੀਂ ਸੀ ਹੋ ਰਿਹਾ, ਮੈਂ ਇਗਨੋਰ ਕਰ ਰਿਹਾ ਸੀ ਤੇਰੀ ਹਰ ਗੱਲ ਨੂੰ। ਮਤਲਬ ਜਿਸ ਵੇਲੇ ਤੂੰ ਅੰਮੀ ਕੋਲ ਅਖਵਾਇਆ ਨਾ, ਉਸ ਵੇਲੇ ਮੈਂ ਮਜਬੂਰ ਹੋ ਗਿਆ ਸਿੱਧੀ ਗੱਲ ਕਿ ਮੈਂ ਕਿ ਹੁਣ ਹਰ ਬੰਦੇ ਅੰਮੀ ਤੇਰੀ ਜਾਂ ਕੋਲ ਹੁੰਦਾ ਤੇ ਉਹ ਇਹ ਗੱਲ ਨਾ ਆਖ ਸਕਦੀ ਵੀ ਤੁਸੀਂ ਇਕੱਠੇ ਰਹੋ, ਉਹਨੂੰ ਨਾ ਆਖ ਸਕਦੀ। ਇਹਨੇ ਅਫਸੋਸ ਕੀਤਾ ਅੰਮੀ ਨੂੰ, ਇਹ ਪੋਸ ਕਰਦਾ ਰਵਿਆ। ਤਕਰੀਬਨ ਆਡੀਅנס ਨੇ ਇਹੀ ਕਿਹਾ ਸੀ ਕਿ ਤੂੰ ਅਗਰ ਉਹਨਾਂ ਨੂੰ ਟਾਈਮ ਨਾਲ ਸੈਪਰੇਟ ਕਰ ਦੇਵੇਂਗਾ ਤੇ ਇਸ ਤਰ੍ਹਾਂ ਸੇ ਤੇਰੇ ਉਹਨਾਂ ਹੱਥੋਂ ਨਿਕਲ ਜਾਣਾ। ਹਾਂ ਤੂੰ ਉਹਨਾਂ ਤੇ ਜ਼ਿੰਮੇਵਾਰੀ ਪਾ ਘਰ ਦੇ ਕੰਮਾਂ ਦੀ, ਉਹ ਤਾਂ ਸਗੋਂ ਆਜ਼ਾਦ ਹੋ ਗਏ। ਲੇਕਿਨ ਯਾਰ ਤੈਨੂੰ ਆਪ ਨੂੰ ਖੁਦ ਪਤਾ ਨਹੀਂ ਕਿਉਂ ਨਹੀਂ ਸੋਚ ਆਉਂਦੀ, ਮਤਲਬ ਤੈਨੂੰ ਆਡੀਅנס ਦੱਸ ਵੀ ਰਹੀ ਆ ਫਿਰ ਵੀ ਤੂੰ ਸਮਝ ਨਹੀਂ ਰਿਹਾ। ਹੁਣ ਕੀ ਸਲਾਹ ਹੈ ਸਾਰਿਆਂ ਦੀ ਦੱਸੋ ਨਾ। ਸਲਾਹ ਮੇਰੀ ਗੱਲ ਸੁਣ, ਹਾਂ ਲਾਸਟ ਗੱਲ ਕਰਦੇ ਆ, ਅੱਛਾ। ਆਪ ਤੱਕ ਵੇਟ ਕਰੋ, ਅੱਛਾ ਇਹ ਅੱਲਾਹ ਕਰੇ ਖੈਰ, ਅੱਛਾ ਇਨਸ਼ਾਅੱਲਾ ਫੈਸਲਾ ਛੱਡਨੇ ਆਡੀਅנס ਤੇ, ਤੂੰ ਵੀ ਆਪਣੇ ਆਡੀਅנס ਤੇ ਕਮੈਂਟ ਲਾਵੀਂ, ਮੈਂ ਵੀ ਆਪਣੀ ਆਡੀਅנס ਤੇ ਕਮੈਂਟ ਲਾਵਾਂਗਾ, ਜੋ ਫੈਸਲਾ ਆਪਾਂ ਨੂੰ ਉਹ ਕਰਨਗੇ ਇਨਸ਼ਾਅੱਲਾ। ਮੇਰੀ ਸੁਣ ਗੱਲ ਅੱਬੂ, ਉਹ ਆਈਡੀਆ ਤੇ ਰਲਦੇ ਹੋ ਤੇ ਪਿਓ ਦੀ ਗੱਲ ਨਹੀਂ ਮੰਨਦੇ। ਮੈਂ ਇਹੋ ਗੱਲ ਮੈਂ ਕਰੂ ਆਸੂ, ਇਹੋ ਗੱਲ ਨਾਲ ਬੰਦੇ ਫੈਸਲਾ ਕਰਦਾ ਪਿਆ ਪਿਓ ਆ ਤੁਹਾਡਾ, ਉਹ ਫੈਸਲਾ ਉਹਨਾਂ ਨੂੰ ਕਿਉਂ ਨਹੀਂ ਪਸੰਦ ਆਉਂਦਾ ਯਾਰ ਅੱਬੂ ਉਦੋਂ ਤੁਸੀਂ ਨਹੀਂ ਨਹੀਂ ਪਸੰਦ ਆਵਣਾ, ਉਹ ਤੁਹਾਡੇ ਉਂਝੀ ਫਿਰ ਉਦੋਂ ਤੁਸੀਂ ਫੈਸਲਾ ਕਿਉਂ ਨਹੀਂ ਕੀਤਾ ਕਿ ਤੁਸੀਂ ਇਕੱਠੇ ਹੀ ਚੰਗੇ ਹੋ, ਫਿਰ ਇਸ ਗੱਲ ਤੇ ਆਂਦੇ ਹੋ ਤਾਂ ਉਸ ਵੇਲੇ ਤੁਸੀਂ ਉਗੜੇ ਖਲਿਆ ਮੈਂ ਨਹੀਂ ਤੱਤਾ ਤੱਤੇ ਤਾ ਨਾਲ ਮੈਂ ਤੁਹਾਨੂੰ ਨਾ ਆਖ ਸਕਦਾ। ਵੇਲੇ ਵੀ ਉਗੜਿਆ ਲਿਹਾਜ਼ਾ ਗੱਲ ਇਹ ਆ ਕਿ ਦੇਖਣ ਵਾਲੇ ਬੈਣ ਭਾਈ ਜਿਤਨੇ ਕਹਿਣ ਨਾ ਜਿਹੜੇ ਇਸ ਚੀਜ਼ ਨੂੰ ਸਮਝਦੇ ਨੇ ਉਹਨਾਂ ਇਹੀ ਆਖਣਾ ਕਿ ਇਕੱਠ ਦੇ ਵਿੱਚ ਇਤਫਾਕ ਹੈ। ਮੈਂ ਤਾਂ ਜੀ ਇਹ ਗੱਲ ਆਖੀ ਠੀਕ ਹੈ ਨਾ, ਲੇਕਿਨ ਮੈਂ ਅੱਬੂ ਤੇ ਫੈਸਲਾ ਛੱਡਿਆ, ਜਿਵੇਂ ਅੱਬੂ ਨੇ ਆਖ ਛੱਡਿਆ ਮੈਨੂੰ ਉਹ ਮਨਜ਼ੂਰ ਹੈ, ਮੈਂ ਤਾਂ ਅੱਬੂ ਛੱਡ ਦਿੱਤਾ ਤੇਰੇ ਤੇ ਫੈਸਲਾ, ਠੀਕ ਹੈ ਨਾ, ਠੀਕ ਹੈ। ਇਸ ਤੋਂ ਉੱਤੇ ਮੇਰੇ ਕੋਲ ਗੱਲ ਕੋਈ ਮੇਰੀ ਗੱਲ ਕੀਤੀ ਹੋਈ ਜਾਂ ਮੇਰਾ ਫੈਸਲਾ ਕੀਤਾ ਹੋਇਆ, ਜੇ ਤੇਰੀ ਐਵੀਡੈਂਸ ਦੇ ਨਾ ਪਸੰਦ ਆਵੇ ਤਾਂ ਮਰਜ਼ੀ ਆ ਲੈ, ਹਾਂ ਮੈਂ ਤਾਂ ਹੋਰ ਉਹਨਾਂ ਨੂੰ ਕੋਈ ਗੱਲ ਨਹੀਂ ਆਖ ਸਕਦਾ। ਬਹਰਾਲ ਜੀ ਵਲੌਗ ਦਾ ਐਂਡ ਕਰਦੇ ਭਾਈ ਸਾਹਿਬ ਇੱਥੇ। ਅੱਜ ਸਮਝੋ ਕਿ ਕੋਈ ਕਿਸੇ ਪਾਸੇ ਗੱਲ ਕੋਈ ਨਹੀਂ ਲੱਗੀ, ਤਕਰੀਬਨ ਅਤਾ ਦੇ ਹਿਸਾਬ ਨਾਲ ਮੈਂ ਆਪਣੇ ਵੱਲੋਂ ਪੂਰਾ ਸਮਝੋ ਕਿ ਨਾ ਸੋਚ ਸਮਝ ਕੇ ਆਇਆ ਸੋ ਫੈਸਲਾ ਕਰਕੇ ਅੱਬੂ ਹੋਰਾਂ ਨਾਲ ਲੈ ਕੇ। ਅੰਮੀ ਤਾਂ ਨਹੀਂ ਆਈ ਹੈ ਲੇਕਿਨ ਘਰ ਦਾ ਫੈਸਲਾ ਕਰਨ ਵਾਲਾ ਸਾਡਾ ਬਾਪ ਸਾਡੇ ਨਾਲ ਬੈਠਾ ਹੈ, ਉਸੇ ਹੀ ਕਰਨੇ ਹੁੰਦੇ, ਠੀਕ ਹੈ ਨਾ। ਤੇ ਲਿਹਾਜ਼ਾ ਜੋ ਅੱਬੂ ਨੇ ਆਖ ਦਿੱਤਾ ਹੈ, ਠੀਕ ਹੈ ਨਾ, ਮੇਰਾ ਉਹਦੇ ਉੱਤੇ ਅਮਲ ਹੈ, ਅਗਾਂ ਅਤਾ ਦੀ ਮਰਜ਼ੀ।